ओके स्टूडेंट्स, अपनी फस्ट वीडियो ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਕੁਝ ਅਸੈਕਸ਼ੂਅਲ ਮੈਥਡਸ ਆਫ ਰੀਪਰੋਡਕਸ਼ਨ। ਲਾਈਕ ਫਸਟ ਅਸੀਂ ਡਿਸਕਸ ਕੀਤਾ ਸੀ ਫਿਸ਼ਨ, then we have discussed budding, then we have fragmentation, and fourth is zoospores। ਸੋ ਬੇਸਿਕਲੀ ਜੋ ਅਸੀਂ ਲਾਸਟ ਮੈਥਡ ਕੀਤਾ ਸੀ ਜ਼ੂਸਪੋਰਸ, ਇਹ ਅੰਡਰ ਸਪੋਰ ਫਾਰਮੇਸ਼ਨ ਆਉਂਦੇ ਨੇ ਕਿਉਂਕਿ ਸਪੋਰਸ zoospores ਇਕੱਲੇ ਹੀ ਨਹੀਂ ਹੁੰਦੇ। we have conidia, we have birds, we have gemmules. There is bit difference between all these spores because some are motile, some are non-motile, some are flagellated, some are non-flagellated. So depends upon the different group of organisms, these spores are of different types, but generally basically thing ਜਿਹੜੀ ਹੈ same ਹੈ ਕਿ spores ਜਿਹੜੇ ਨੇ ਉਹ asexual method of reproduction ਦੇ ਵਿੱਚ help ਕਰਦੇ ਨੇ, new organism ਬਣਾਉਣ 'ਚ help ਕਰਦੇ ਨੇ। ਤੇ ਵੇ ਸਾਡੇ ਕੋਲ ਕੁਝ ਗੈਮਾ ਵੀ ਹੁੰਦੇ ਨੇ, ਗੈਮੇ ਫਾਰਮੇਸ਼ਨ, you can also call it as gemme। ਇਹ ਕੀ ਹੁੰਦੇ ਨੇ? ਸਿੰਗਲ ਸੈਲ ਵੀ ਹੋ ਸਕਦੇ ਨੇ, ਗਰੁੱਪ ਆਫ ਸੈਲਸ ਵੀ ਹੋ ਸਕਦੇ ਨੇ, ਜਾਂ ਮੋਡੀਫਾਈਡ ਬਡ ਆਫ ਟਿਸ਼ੂ ਵੀ ਹੋ ਸਕਦਾ ਹੈ, ਜਿਹੜੇ ਆਪਣੀ ਪੇਰੈਂਟ ਬਾਡੀ ਤੋਂ ਡੀ ਅਟੈਚ ਹੋ ਕੇ ਤਾਂ ਨਿਊ ਆਰਗੇਨਿਜ਼ਮ ਨੂੰ ਬਰਥ ਦੇ ਦਿੰਦੇ ਨੇ। ਸੋ ਬੇਸਿਕਲੀ ਅਸੀਂ 4 ਮੈਥਡ ਪੜ੍ਹ ਚੁੱਕੇ ਹਾਂ। ਇੱਕ ਮੈਥਡ ਅਸੀਂ ਹੋਰ ਡਿਸਕਸ ਕਰ ਲੈਂਦੇ ਹਾਂ, 5th one, that is regeneration। 5th method is regeneration। So what actually is regeneration? Regeneration means ਕਿਸੇ ਵੀ ਚੀਜ਼ ਦਾ ਦੁਬਾਰਾ ਬਣਨਾ। ਮੀਨਸ ਅਸੀਂ ਆਪਣੇ ਘਰ ਦੇ ਵਿੱਚ ਇੱਕ ਐਗਜ਼ਾਮਪਲ ਦੇਖਦੇ ਹਾਂ, ਇੱਕ ਲਿਜ਼ਰਡ ਹੈ, ਉਹਦੀ ਅਗਰ ਟੇਲ ਕੱਟ ਹੋ ਜਾਵੇ ਤਾਂ ਤੁਸੀਂ ਦੇਖਦੇ ਹੋ ਥੋੜੇ ਦਿਨਾਂ ਬਾਅਦ ਲਿਜ਼ਰਡ ਦੀ ਟੇਲ ਦੁਬਾਰਾ ਤੋਂ ਰੀਜਨਰੇਟ ਕਰ ਜਾਂਦੀ ਹੈ। ਠੀਕ ਹੈ ਜੀ। ਸੋ ਰੀਜਨਰੇਸ਼ਨ ਇਜ਼ ਦ ਰੀਗਰੋਥ ਇਨ ਦ ਇੰਜਰਡ ਰੀਜਨ। ਇੰਜਰਡ ਰੀਜਨ, ਇੰਜਰਡ ਮੀਨਸ ਕਿਸੇ ਰੀਜਨ ਨੂੰ ਸੱਟ ਲੱਗ ਗਈ ਹੈ, ਕੋਈ ਰੀਜਨ ਕੱਟ ਹੋ ਗਿਆ ਹੈ, ਉਸ ਰੀਜਨ ਦੀ ਅਗੇਨ ਗਰੋਥ ਨੂੰ ਅਸੀਂ ਕੀ ਬੋਲਦੇ ਹਾਂ? ਰੀਜਨਰੇਸ਼ਨ। ਬੇਸਿਕਲੀ ਬੱਚੋ ਰੀਜਨਰੇਸ਼ਨ 2 ਤਰ੍ਹਾਂ ਦੀ ਹੁੰਦੀ ਹੈ। ਫਸਟ ਇਜ਼ ਮੋਰਫੋਲੈਕਸਿਸ ਐਂਡ ਸੈਕੰਡ ਵੀ ਹੈਵ ਐਪੀਮੋਰਫੋਸਿਸ। ਐਪੀਮੋਰਫੋਸਿਸ 2 ਤਰ੍ਹਾਂ ਦੀ ਹੈ ਬੱਚੋ ਰੀਜਨਰੇਸ਼ਨ, ਐਂਡ ਰੀਜਨਰੇਸ਼ਨ ਇਜ਼ ਆਫ 2 types, ਮੋਰਫੋਲੈਕਸਿਸ and epimorphosis। so morpholexis ਕੀ ਹੈ? simple term morpholexis, ਇਹਦਾ ਮਤਲਬ ਹੈ whole body grows from its smaller fragment। ਜਿਵੇਂ ਅਸੀਂ ਰੀਜਨਰੇਸ਼ਨ 'ਚ ਬੱਚੋ ਪੜ੍ਹਿਆ ਸੀ ਕਿ ਛੋਟੇ ਫਰੈਗਮੈਂਟ ਤੋਂ, ਛੋਟੇ ਪਾਰਟ ਤੋਂ ਹੋਲ ਬੋਡੀ ਬਣ ਜਾਂਦੀ ਹੈ, ਕੰਪਲੀਟ ਬੋਡੀ ਬਣ ਜਾਂਦੀ ਹੈ, ਉਹ ਹੈ ਬੱਚੋ ਮੋਰਫੋਲੈਕਸਿਸ। ਐਪੀਮੋਰਫੋਸਿਸ ਕੀ ਹੈ? ਐਪੀਮੋਰਫੋਸਿਸ ਦੇ ਵਿੱਚ ਸਿਰਫ ਜਿਹੜਾ ਬੋਡੀ ਪਾਰਟ ਲੌਸਟ ਹੋਇਆ ਹੈ, ਅਸੀਂ ਇੱਥੇ ਲਿਖ ਦਿੰਦੇ ਹਾਂ ਲੌਸਟ ਬੋਡੀ ਪਾਰਟ, ਉਹ ਰੀਗਰੋ ਕਰਦਾ ਹੈ, ਦੁਬਾਰਾ ਰੀਜਨਰੇਟ ਕਰਦਾ ਹੈ। ਇਹਦੇ ਵਿੱਚ ਹੋਲ ਬੋਡੀ, ਇਹਦੇ ਵਿੱਚ ਜਸਟ ਲੌਸਟ ਪਾਰਟ, ਲੌਸਟ ਬੋਡੀ ਪਾਰਟ ਇਜ਼ ਰਿਪਲੇਸਡ। ਜਿਵੇਂ ਅਸੀਂ ਇਹਦੇ ਵਿੱਚ ਲਿਜ਼ਰਡ ਦੀ ਐਗਜ਼ਾਮਪਲ ਲੈ ਸਕਦੇ ਹਾਂ। ਠੀਕ ਹੈ ਜੀ। ਔਰ ਮੋਰਫੋਲੈਕਸਿਸ ਦੇ ਵਿੱਚ ਅਸੀਂ ਐਗਜ਼ਾਮਪਲ ਲੈ ਸਕਦੇ ਹਾਂ ਬੱਚੋ ਸਪੌਂਜਿਸ ਦੀ। ਕਾਹਦੀ ਐਗਜ਼ਾਮਪਲ ਲੈ ਸਕਦੇ ਹਾਂ? ਸਪੌਂਜਿਸ ਦੀ। ਅਸੀਂ ਹਾਈਡਰਾ ਦੀ ਐਗਜ਼ਾਮਪਲ ਲੈ ਸਕਦੇ ਹਾਂ। ਹਾਈਡਰਾ ਅਸੀਂ ਸਾਰਿਆਂ ਨੇ ਪੜ੍ਹਿਆ ਹੋਇਆ ਹੈ +1 'ਚ। ਹਾਈਡਰਾ ਦੀ ਲੈ ਸਕਦੇ ਹਾਂ ਅਸੀਂ, ਸਪੌਂਜਿਸ ਦੀ ਲੈ ਸਕਦੇ ਹਾਂ ਅਸੀਂ, ਪਲੇਨੇਰੀਆ ਦੀ ਲੈ ਸਕਦੇ ਹਾਂ। ਸੋ ਇਹ ਸੀਗਾ ਸਾਡੇ ਕੋਲ ਰੀਜਨਰੇਸ਼ਨ। ਸੋ ਬੇਸਿਕਲੀ ਅਸੀਂ 5 type ਆਫ ਅਸੈਕਸ਼ੂਅਲ ਰੀਪਰੋਡਕਸ਼ਨ ਪੜ੍ਹ ਚੁੱਕੇ ਹਾਂ ਬੱਚੋ, ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਸਟਾਰਟ ਹੋਈ ਸੀ ਫਿਸ਼ਨ ਤੋਂ ਤੇ ਅਸੀਂ ਅੱਜ ਫਿਨਿਸ਼ ਕੀਤੀ ਹੈ ਟਿਲ ਰੀਜਨਰੇਸ਼ਨ। ਸੋ ਨੈਕਸਟ ਅਸੀਂ ਜਿਹੜਾ ਅੱਜ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਦੈਟ ਇਜ਼ ਵੈਜੀਟੇਟਿਵ ਪ੍ਰੋਪੇਗੇਸ਼ਨ। ਕੀ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ? ਵੈਜੀਟੇਟਿਵ ਪ੍ਰੋਪੇਗੇਸ਼ਨ। ਇੰਪॉर्टेंट ਟੌਪਿਕ ਹੈ ਕਿਉਂਕਿ ਹੈ ਤਾਂ ਇਹ ਅਸੈਕਸ਼ੂਅਲ ਮੈਥਡ ਹੀ ਹੈ, ਕਿਉਂਕਿ ਇਹਦੇ ਵਿੱਚ ਗਮੀਟਸ, ਸਪੋਰਸ, ਗਮੀਟਸ ਨਾ ਤਾਂ ਫਾਰਮ ਹੋਣੇ ਹੈ ਨਾ ਤਾਂ ਫਿਊਜ਼ ਹੋਣੇ ਨੇ। ਬਟ ਸਟੂਡੈਂਟਸ ਵੈਜੀਟੇਟਿਵ ਪ੍ਰੋਪੇਗੇਸ਼ਨ ਅਸੀਂ ਸਪੈਸ਼ਲੀ ਟਰਮ ਕਿਉਂ ਯੂਜ਼ ਕਰਦੇ ਹਾਂ ਜਾਂ ਕਿੱਥੇ ਯੂਜ਼ ਕਰਦੇ ਹਾਂ? ਵੈਜੀਟੇਟਿਵ ਪ੍ਰੋਪੇਗੇਸ਼ਨ ਟਰਮ ਬੇਸਿਕਲੀ ਅਸੀਂ ਪਲਾਂਟਸ ਦੇ ਕੇਸ ਦੇ ਵਿੱਚ ਯੂਜ਼ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਵੈਜੀਟੇਟਿਵ ਪ੍ਰੋਪੇਗੇਸ਼ਨ ਜਾਂ ਵੈਜੀਟੇਟਿਵ ਰੀਪਰੋਡਕਸ਼ਨ ਦੀ ਡੈਫੀਨੇਸ਼ਨ ਡਿਸਕਸ ਕਰਾਂਗੇ। ਸੋ ਬੱਚੋ ਵੈਜੀਟੇਟਿਵ ਪ੍ਰੋਪੇਗੇਸ਼ਨ ਇਜ਼ the process of multiplication, in which part or fragment of plant
body functions as propagule and develops into new individual means मैं जिमें कि हुणे दस के हटियां स्टूडेंट्स वेजिटेटिव प्रोपिगेशन अकर्स मेनली इन प्लांट्स ਅਸੀਂ ਵੈਜੀਟੇਟਿਵ ਪ੍ਰੋਪੇਗੇਸ਼ਨ ਟਰਮ ਹੀ ਪਲਾਂਟਸ ਲਈ ਯੂਜ਼ ਕਰਦੇ ਹਾਂ ਸੋ ਵੈਜੀਟੇਟਿਵ ਪ੍ਰੋਪੇਗੇਸ਼ਨ ਚ ਕੀ ਹੈ ਮਲਟੀਪਲੀਕੇਸ਼ਨ ਮਲਟੀਪਲਾਈ ਕਰਨਾ ਇਨ ਵਿਚ ਪਾਰਟ ਔਰ ਫਰੈਗਮੈਂਟ ਇੱਕ ਹਿੱਸਾ ਇੱਕ ਛੋਟਾ ਜਿਹਾ ਪਾਰਟ ਆਫ ਪਲਾਂਟ ਫੰਕਸ਼ਨਸ ਐਸ ਪ੍ਰੋਪੇਗਿਊਲ ਬੱਚੋ ਪ੍ਰੋਪੇਗਿਊਲ ਕੀ ਹੁੰਦਾ ਪ੍ਰੋਪੇਗਿਊਲ ਮੀਨਸ ਉਹ ਪਾਰਟ ਜਿਹੜਾ ਕੰਪਲੀਟ ਆਰਗੇਨਿਜ਼ਮ ਬਣਾਉਣ ਦੇ ਵਿੱਚ ਸਮਰੱਥ ਹੈ ਜਿਹੜਾ ਕੰਪਲੀਟ ਆਰਗੇਨਿਜ਼ਮ ਬਣਾ ਸਕਦਾ ਹੈ ਔਰ ਉਹ ਜਿਹੜਾ ਪ੍ਰੋਪੇਗਿਊਲ ਹੈ ਉਹ ਡਿਵੈਲਪ ਕਰਦਾ ਇਨਟੂ ਨਿਊ ਇੰਡੀਵਿਜੂਅਲ ਸੋ ਵੈਜੀਟੇਟਿਵ ਪ੍ਰੋਪੇਗੇਸ਼ਨ ਕੀ ਹੋਈ ਅਸੀਂ ਪਲਾਂਟ ਦੇ ਪਾਰਟ ਤੋਂ ਇੱਕ ਕੰਪਲੀਟ ਨਿਊ ਪਲਾਂਟ ਬਣਾਉਣ ਚ सक्सैसफुल ਹੁੰਨੇ ਆ ਸੋ ਉਸ ਮੈਥਡ ਨੂੰ ਕੀ ਕਹਿੰਦੇ ਨੇ ਵੈਜੀਟੇਟਿਵ ਪ੍ਰੋਪੇਗੇਸ਼ਨ ਕੀ ਬੋਲਦੇ ਆ ਅਸੀਂ ਇਹਨੂੰ ਵੈਜੀਟੇਟਿਵ ਪ੍ਰੋਪੇਗੇਸ਼ਨ ਸੋ ਵੈਜੀਟੇਟਿਵ ਪ੍ਰੋਪੇਗੇਸ਼ਨ ਜਿਹੜੀ ਹੈ ਬੱਚੋ ਬੇਸਿਕਲੀ ਦੋ ਤਰ੍ਹਾਂ ਦੀ ਹੁੰਦੀ ਹੈ ਦੋ ਤਰੀਕੇ ਨਾਲ ਵੈਜੀਟੇਟਿਵ ਪ੍ਰੋਪੇਗੇਸ਼ਨ ਹੁੰਦੀ ਹੈ one is natural and one is artificial means ਕੁਦਰਤੀ ਵੀ ਨੈਚੁਰਲੀ ਵੀ ਵੈਜੀਟੇਟਿਵ ਪ੍ਰੋਪੇਗੇਸ਼ਨ ਚੱਲ ਰਹੀ ਹੈ ਤਾਂ ਆਰਟੀਫਿਸ਼ੀਅਲੀ ਵੀ ਅਸੀਂ ਕਰਵਾਉਂਦੇ ਆ ਵੈਜੀਟੇਟਿਵ ਪ੍ਰੋਪੇਗੇਸ਼ਨ ਇੱਥੇ ਇੱਕ ਬਹੁਤ ਇੰਪੋਰਟੈਂਟ ਗੱਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਵੈਜੀਟੇਟਿਵ ਪ੍ਰੋਪੇਗੇਸ਼ਨ ਸੈਕਸ਼ੂਅਲ ਰੀਪਰੋਡਕਸ਼ਨ ਤੋਂ ਡਿਫਰੈਂਟ ਕਿਵੇਂ ਹੈ ਸੈਕਸ਼ੂਅਲ ਰੀਪਰੋਡਕਸ਼ਨ ਦੇ ਵਿੱਚ ਸਾਡੇ ਕੋਲ ਗੈਮੀਟਸ ਹੁੰਦੇ ਆ ਮੇਲ ਗੈਮੀਟ ਹੈ female gamete hai and we require two parents male and female whereas vegetative propagation ਚ ਕੀ ਹੈ ਜਿਵੇਂ ਹੁਣ ਇੱਕ bit of plant ਹੈ plant ਦਾ ਜਿਹੜਾ ਇੱਕ part ਹੈ ਸਾਡੇ ਕੋਲ flower ਦੇ ਵਿੱਚ we all know male part ਵੀ ਹੁੰਦਾ female part ਵੀ ਹੁੰਦਾ that is androecium and gynoecium ਔਰ ਉਹ help ਕਰਦੇ ਨੇ sexual reproduction ਚ ਫਲਾਰ ਨੂੰ ਛੱਡ ਕੇ ਪਲਾਂਟ ਦੇ ਜਿੰਨੇ ਵੀ ਪਾਰਟਸ ਨੇ ਵੈਦਰ ਵੀ ਹੈਵ ਰੂਟਸ ਵੀ ਹੈਵ ਸਟੈਮ ਵੀ ਹੈਵ ਲੀਫ ਉਹ ਜਿਹੜੇ ਪਾਰਟ ਨੇ ਉਹਨਾਂ ਨੂੰ ਵੈਜੀਟੇਟਿਵ ਪਾਰਟ ਆਫ ਪਲਾਂਟਸ ਕਿਹਾ ਜਾਂਦਾ ਹੈ ਵੈਜੀਟੇਟਿਵ ਪਾਰਟਸ ਆਫ ਪਲਾਂਟ ਤਾਂ ਉਹਨਾਂ ਦੇ ਨਾਲ ਜਿਹੜੀ ਰੀਪਰੋਡਕਸ਼ਨ ਹੁੰਦੀ ਹੈ ਅਸੀਂ ਉਹਨੂੰ ਵੈਜੀਟੇਟਿਵ ਪ੍ਰੋਪੇਗੇਸ਼ਨ ਜਾਂ ਵੈਜੀਟੇਟਿਵ ਰੀਪਰੋਡਕਸ਼ਨ ਕਹਿੰਦੇ ਆ ਮੀਨਸ ਫਲਾਰ ਨੂੰ ਛੋੜ ਦਿਓ ਬਿਕੋਜ਼ ਫਲਾਰ ਜਿਹੜਾ ਹੈ ਉਹ ਸੈਕਸ਼ੂਅਲ ਰੀਪਰੋਡਕਸ਼ਨ ਕਰਾਉਣ 'ਚ ਹੈਲਪ ਕਰਦਾ ਹੈ ਵੇਅਰ ਐਜ਼ ਜਿਹੜੇ ਰੈਸਟ ਆਫ ਦਾ ਪਾਰਟ ਨੇ ਵਿਚ ਆਰ ਕਾਲਡ ਐਜ਼ ਵੈਜੀਟੇਟਿਵ ਪਾਰਟਸ ਉਹ ਕਿਹੜੀ ਰੀਪਰੋਡਕਸ਼ਨ ਕਰਾਉਣ 'ਚ ਹੈਲਪ ਕਰਦੇ ਨੇ ਵੈਜੀਟੇਟਿਵ ਪ੍ਰੋਪੇਗੇਸ਼ਨ ਸੋ ਇੱਥੋਂ ਅਸੀਂ ਫਰਦਰ ਮੂਵ ਕਰਾਂਗੇ ਟੂ ਦ ਟਾਈਪਸ ਆਫ ਵੈਜੀਟੇਟਿਵ ਪ੍ਰੋਪੇਗੇਸ਼ਨ ਵੀ ਹੈਵ two types of mainly vegetative propagation natural ਤੇ artificial ਹੁਣ ਅਸੀਂ ਸਭ ਤੋਂ ਪਹਿਲਾਂ ਅੱਜ ਡਿਸਕਸ ਕਰਨਾ ਹੈ natural vegetative propagation ਜਾਂ ਪਲਾਂਟ ਦੇ ਕਿਹੜੇ ਪਾਰਟ ਦੇ ਨਾਲ ਕੁਦਰਤੀ ਤੌਰ ਤੇ ਜਿਹੜੀ vegetative propagation ਉਹ ਚੱਲਦੀ ਹੈ ਓਕੇ ਸੋ ਸਭ ਤੋਂ ਪਹਿਲਾਂ ਨੈਚੁਰਲ ਮੈਥਡ ਦੇ ਵਿੱਚ ਅਸੀਂ ਅੱਜ ਜਿਹੜਾ ਟੌਪਿਕ ਡਿਸਕਸ ਕਰਨਾ ਹੈ ਉਹ ਹੈ ਸਟੈਮ ਕੀ ਟੌਪਿਕ ਹੈ ਸਟੈਮ ਸਟੈਮ ਦੇ ਨਾਲ ਜਿਹੜੀ ਪ੍ਰੋਪੇਗੇਸ਼ਨ ਹੁੰਦੀ ਹੈ ਉਸ ਪ੍ਰੋਪੇਗੇਸ਼ਨ ਨੂੰ ਅਸੀਂ ਵੈਜੀਟੇਟਿਵ ਪ੍ਰੋਪੇਗੇਸ਼ਨ ਕਹਿੰਦੇ ਹਾਂ ਕਿਉਂਕਿ ਸਟੈਮ ਕੰਪਲੀਟ ਪਲਾਂਟ ਬਣਾਉਣ ਦੇ ਵਿੱਚ ਕੈਪੇਬਲ ਹੈ ਸਮਰੱਥ ਹੈ ਉਹ ਕੰਪਲੀਟ ਪਲਾਂਟ ਬਣਾ ਸਕਦੀ ਹੈ ਓਕੇ +1 ਦੇ ਵਿੱਚ ਸਟੂਡੈਂਟਸ ਆਪਾਂ ਪੜ੍ਹਿਆ ਸੀ ਕਿ ਸਟੈਮ ਜਿਹੜੀਆਂ ਹੁੰਦੀਆਂ ਨੇ ਉਹ ਅੰਡਰਗਰਾਉਂਡ ਵੀ ਹੋ ਸਕਦੀਆਂ ਨੇ ਸਟੈਮ ਜਿਹੜੀਆਂ ਨੇ ਉਹ ਏਰੀਅਲ ਵੀ ਹੋ ਸਕਦੀਆਂ ਨੇ ਸਟੈਮ ਜਿਹੜੀਆਂ ਨੇ ਉਹ ਸਬ ਏਰੀਅਲ ਵੀ ਹੋ ਸਕਦੀਆਂ ਸਭ ਤੋਂ ਪਹਿਲਾਂ ਅਸੀਂ ਅੰਡਰਗਰਾਉਂਡ ਸਟੈਮ ਨਾਲ ਕਿਵੇਂ ਵੈਜੀਟੇਟਿਵ ਪ੍ਰੋਪੇਗੇਸ਼ਨ ਹੁੰਦੀ ਹੈ ਉਹ ਡਿਸਕਸ ਕਰਦੇ ਹਾਂ ਅੰਡਰਗਰਾਉਂਡ ਸਟੈਮ ਮੀਨਸ ਜਿਹੜੀ ਸਟੈਮ ਬਿਲੋ ਦਾ ਗਰਾਊਂਡ ਬਣਦੀ ਹੈ ਹੁਣ ਬਿਲੋ ਦਾ ਗਰਾਊਂਡ ਬਣਨ ਵਾਲੀਆਂ ਸਟੈਮ ਕਿਹੜੀਆਂ ਨੇ ਐਂਡ ਹਾਊ ਦੇ ਵੈਜੀਟੇਟਿਵਲੀ ਪ੍ਰੋਪੇਗੇਟ ਉਹ ਅਸੀਂ ਹੌਲੀ ਹੌਲੀ ਡਿਸਕਸ ਕਰਾਂਗੇ ਸੋ ਅੰਡਰਗਰਾਉਂਡ ਸਟੈਮ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਅਸੀਂ ਪੜ੍ਹਨ ਜਾ ਰਹੇ ਹਾਂ ਟੌਪਿਕ ਉਹ ਹੈ ट्यूबर्स की टॉपिक है ट्यूबर्स स्टूडेंट्स तुसी सारिਆਂ ने पोटैटो देखिया होएगा आलू पोटैटो पोटैटो ਦੇ ਉੱਤੇ पोटैटो ਦੇ ਸਟਰਕਚਰ ਦੇ ਉੱਤੇ ਜੇ ਤੁਸੀਂ ਕਦੀ ਬਹੁਤ ਧਿਆਨ ਨਾਲ ਦੇਖੋ पोटैटो ਦੇ ਸਟਰਕਚਰ ਦੇ ਉੱਤੇ ਆਈਜ਼ ਹੁੰਦੀਆਂ ਨੇ these are called as eyes basically these are the nodes so these tubers or we can say potato ਜਿਹੜੀ ਮੈਂ specific example ਲਈ ਹੈ they have buds
ਇਹਨਾਂ ਆਈਜ਼ ਔਰ ਨੋਡਸ ਦੇ ਉੱਤੇ, ਨੋਡਸ ਮੈਂ ਇੱਕ ਟਰਮ ਯੂਜ਼ ਕੀਤੀ ਹੈ, ਇਹਨਾਂ ਆਈਜ਼ ਜਾਂ ਨੋਡਸ ਦੇ ਉੱਤੇ ਬਰਡਸ ਹੁੰਦੇ ਨੇ ਐਂਡ these birds produce new plant. These birds produce new plant. ਜਦੋਂ ਅਸੀਂ ਪੋਟੈਟੋ ਨੂੰ ਜਾਂ ਟਿਊਬਰਸ ਨੂੰ ਜਾਂ ਉਹਦੇ ਪੂਰੇ ਛੋਟੇ ਜਿਹੇ ਪਾਰਟ ਨੂੰ ਮਿੱਟੀ ਦੇ ਵਿੱਚ ਗਰੋ ਕਰਾਉਂਦੇ ਆ, ਉਹ ਅਗੇਨ ਇੱਕ ਕੰਪਲੀਟ ਪਲਾਂਟ ਬਣਾਉਣ ਦੇ ਵਿੱਚ ਹੈਲਪ ਕਰਦਾ ਹੈ। ਤੁਸੀਂ ਦੇਖਿਆ ਹੋਣਾ, ਅਗਰ ਤੁਹਾਡੇ ਚੋਂ ਕਿਸੇ ਨੇ ਸੁਣਿਆ ਹੋਵੇ ਕਿ ਅਸੀਂ ਪੋਟੈਟੋ ਕਿਵੇਂ ਡਿਵੈਲਪ ਕਰਵਾਉਂਦੇ ਆ, ਪੋਟੈਟੋ ਕਿਵੇਂ ਗਰੋ ਕਰਾਉਂਦੇ ਆ, ਸੋ ਪੋਟੈਟੋ ਕਿਵੇਂ ਗਰੋ ਹੁੰਦਾ। ਅਗਰ ਤੁਸੀਂ ਇੱਕ ਕੰਪਲੀਟ ਪੋਟੈਟੋ ਜਾਂ ਪੋਟੈਟੋ ਦੇ ਪੀਸਿਸ ਕੱਟ ਦਿਓ, ਬਸ ਇੰਨਾ ਅਸੀਂ ਧਿਆਨ 'ਚ ਰੱਖਣਾ, ਜਿਹੜਾ ਪੋਟੈਟੋ ਦਾ ਪੀਸ ਹੋਏਗਾ ਉਹਦੇ ਉਸ ਪੀਸ ਦੇ ਵਿੱਚ ਇੱਕ ਆਈ ਜਾਂ ਨੋਡ ਹੋਣੀ ਜ਼ਰੂਰੀ ਹੈ। ਉਹਨੂੰ ਤੁਸੀਂ ਮਿੱਟੀ ਦੇ ਵਿੱਚ ਕਰ ਦਿਓ, ਇਨਸਰਟ ਕਰ ਦਿਓ, ਤਾਂ ਥੋੜੇ ਸਮੇਂ ਬਾਅਦ ਦੇਖੋਗੇ ਤੁਸੀਂ ਉਸ ਇੱਕ ਪਾਰਟ ਤੋਂ ਕੰਪਲੀਟ ਪਲਾਂਟ ਡਿਵੈਲਪ ਹੋ ਜਾਂਦਾ ਹੈ। ਸੋ ਉਹ ਕਾਦੀ ਐਗਜ਼ਾਮਪਲ ਹੈ, ਟਿਊਬਰਸ ਦੀ। ਸਟੂਡੈਂਟਸ, ਟਿਊਬਰਸ ਜਿਹੜੇ ਨੇ ਉਹ ਅੰਡਰਗਰਾਉਂਡ ਸਟੈਮ ਹੈ, ਕਿਉਂਕਿ ਇਹ ਬਿਲੋ ਦਾ ਸਰਫੇਸ ਆਫ ਦਾ ਸੋਇਲ ਗਰੋ ਕਰਦੇ ਆ ਐਂਡ ਇਹ ਵਾਈ ਦੇ ਆਰ ਸਵੋਲਨ ਬਿਕੋਜ਼ ਦੇ ਹੈਵ ਸਟੋਰਡ ਫੂਡ। ਇਹ ਅਸੀਂ +1 ਚ ਪੜ੍ਹ ਚੁੱਕੇ, ਇਹਨਾਂ ਚ ਖਾਣਾ ਸਟੋਰ ਹੁੰਦਾ, ਇਸ ਕਰਕੇ ਸਵੋਲਨ ਹੁੰਦੇ ਆ ਔਰ ਇਹ ਬਿਲੋ ਦਾ ਗਰਾਊਂਡ ਹੁੰਦੇ ਆ ਔਰ ਇਹਦੇ ਤੋਂ ਅਸੀਂ ਕੰਪਲੀਟ ਇੱਕ ਨਿਊ ਪਲਾਂਟ ਗਰੋ ਕਰਾ ਸਕਦੇ ਹਾਂ। ਸੋ ਟਿਊਬਰਸ ਜਿਹੜੇ ਨੇ ਉਹਦੀ ਇੱਕ ਬਹੁਤ ਹੀ ਸਿੰਪਲ ਜਿਹੀ ਐਗਜ਼ਾਮਪਲ ਹੈ, ਉਹ ਹੈ ਪੋਟੇਟੋ। ਤੁਸੀਂ ਪੋਟੇਟੋ ਨੂੰ ਛੱਡ ਕੇ ਤੁਸੀਂ ਆਰਟੀਚੋਕ ਵੀ ਇਹਦੀ ਇੱਕ ਐਗਜ਼ਾਮਪਲ ਯਾਦ ਕਰ ਸਕਦੇ ਹੋ। ਸੋ ਸੈਕਿੰਡ ਬੱਚੋ ਅਸੀਂ ਕਰਨ ਜਾ ਰਹੇ ਹਾਂ ਅੰਡਰਗਰਾਉਂਡ ਸਟੈਮ, ਜਿਹਦੇ ਨਾਲ ਵੈਜੀਟੇਟਿਵ ਪ੍ਰੋਪੇਗੇਸ਼ਨ ਹੁੰਦੀ ਹੈ, ਉਹ ਨੇ ਬਲਬਸ। ਸੈਕਿੰਡ ਕੀ ਐਗਜ਼ਾਮਪਲ ਹੈ ਸਾਡੇ ਕੋਲ? ਬਲਬਸ। ਸੋ ਬੱਚੋ ਬਲਬਸ ਕੀ ਨੇ? ਇਹ ਵੀ ਅੰਡਰਗਰਾਉਂਡ ਸਟੈਮ ਹੈ, ਅੰਡਰਗਰਾਉਂਡ ਸ਼ੂਟ ਹੈ, ਜਿਹਦੇ ਵਿੱਚ 1 or more birds present ਹੁੰਦੇ ਨੇ and these birds also give rise to complete plant. These birds give rise to complete plant. ਤੁਸੀਂ ਸਾਰਿਆਂ ਨੇ ਆਪਣੀ ਕਿਚਨ ਦੇ ਵਿੱਚ ਅਨੀਅਨ ਦੇਖਿਆ ਹੋਵੇਗਾ, ਤੁਸੀਂ ਸਾਰਿਆਂ ਨੇ ਆਪਣੀ ਕਿਚਨ ਦੇ ਵਿੱਚ ਗਾਰਲਿਕ ਦੇਖਿਆ ਹੋਵੇਗਾ, ਲਸਣ, ਅਨੀਅਨ, ਪਿਆਜ਼ ਦੇਖਿਆ ਹੋਵੇਗਾ। ਉਹ ਜਿਹੜੀ ਐਗਜ਼ਾਮਪਲ ਹੈ, ਉਹ ਕਾਦੀ ਐਗਜ਼ਾਮਪਲ ਹੈ? ਬਲਬਸ ਦੀ, ਅੰਡਰਗਰਾਉਂਡ ਸਟੈਮ ਦੀ। ਇਹ ਅਨੀਅਨ ਜਾਂ ਗਾਰਲਿਕ, ਇਹਨਾਂ ਦੇ ਸਰਫੇਸ ਦੇ ਉੱਤੇ 1 or more birds ਹੁੰਦੇ ਨੇ। these birds are capable of producing complete new plant. that is why ਅਸੀਂ ਇਹਨੂੰ ਕਿਹਦੇ ਵਿੱਚ ਲੈਂਦੇ ਹਾਂ? ਵੈਜੀਟੇਟਿਵ ਪ੍ਰੋਪੇਗੇਸ਼ਨ। ਸੋ ਬੱਚੋ, ਅਸੀਂ ਅੰਡਰਗਰਾਉਂਡ ਸਟੈਮ ਦੇ ਵਿੱਚ ਹੀ ਥਰਡ ਜਿਹੜੀ ਟਾਈਪ ਜਾਂ ਥਰਡ ਜਿਹੜੀ ਐਗਜ਼ਾਮਪਲ ਕਰਨੀ ਹੈ, ਉਹ ਹੈ ਸਾਡੇ ਕੋਲ ਕੌਮਸ। ਬੱਚੋ, ਤੁਸੀਂ ਸਾਰਿਆਂ ਨੇ ਇੱਕ ਵਰਡ ਸੁਣਿਆ ਹੋਏਗਾ, ਇੱਕ ਵੈਜੀਟੇਬਲ ਸੁਣੀ ਹੋਏਗੀ, ਅਰਬੀ, ਜਿਹਨੂੰ ਅਸੀਂ ਕੋਲੋਕੇਸ਼ੀਆ ਕਹਿੰਦੇ ਹਾਂ। ਕੀ ਬੋਲਦੇ ਹਾਂ? ਕੋਲੋਕੇਸ਼ੀਆ। ਸੋ ਬੱਚੋ, ਜਿਹੜੀ ਅਰਬੀ ਹੈ, ਇਹ ਵੀ ਇੱਕ ਸਵੋਲਨ ਅੰਡਰਗਰਾਉਂਡ ਸਟੈਮ ਹੈ, ਸਵੋਲਨ ਅੰਡਰਗਰਾਉਂਡ ਸਟੈਮ ਹੈ, ਜਿਹਦੇ ਵਿੱਚ ਸਰਕੂਲਰ ਨੋਡਸ ਹੁੰਦੀਆਂ ਨੇ ਐਂਡ ਅਗੇਨ ਉਹੀ ਗੱਲ, these are capable of producing complete new plant. ਕਿਉਂਕਿ ਇਹ ਜਿਹੜੀਆਂ ਨੋਡਸ ਨੇ, ਇਹਨਾਂ ਦੇ ਉੱਤੇ ਕੀ ਹੁੰਦਾ ਹੈ? ਬਰਡਸ, ਐਂਡ these birds are capable of producing complete plant. ਸੋ ਇਹ ਵੀ ਇੱਕ ਐਗਜ਼ਾਮਪਲ ਹੈ ਵੈਜੀਟੇਟਿਵ ਪ੍ਰੋਪੇਗੇਸ਼ਨ ਦੀ। ਸੋ ਬੱਚੋ, ਤੁਸੀਂ ਦੇਖ ਰਹੇ ਹੋ ਕਿ ਪਲਾਂਟ ਦੇ ਜਿਹੜਾ ਵੀ ਅਸੀਂ ਪਾਰਟ ਡਿਸਕਸ ਕਰ ਰਹੇ ਹਾਂ ਜਾਂ ਜਿਹੜੀ ਵੀ ਅਸੀਂ ਐਗਜ਼ਾਮਪਲ ਡਿਸਕਸ ਕਰ ਰਹੇ, ਅਸੀਂ ਦੇਖ ਰਹੇ ਹੋ ਉਹਨਾਂ ਉੱਤੇ ਬਰਡਸ ਨੇ। these birds are capable of producing complete new plant. ਸੋ ਨੈਕਸਟ ਤੁਸੀਂ ਇਹਦੇ ਵਿੱਚ ਇੱਕ ਹੋਰ ਐਗਜ਼ਾਮਪਲ ਲਿਖ ਸਕਦੇ ਹੋ। ਤੁਸੀਂ ਸਾਰਿਆਂ ਨੇ ਜ਼ਮੀਕੰਦ ਸੁਣਿਆ ਹੋਵੇਗਾ, ਜ਼ਿਮੀਕੰਦ ਵੀ ਕਹਿੰਦੇ ਨੇ, ਜਿਹਨੂੰ ਅਸੀਂ ਬਾਇਓਲੋਜੀਕਲੀ ਐਮੋਰਫੋਫੈਲਸ ਕਹਿੰਦੇ ਹਾਂ। ਸੋ ਜ਼ਮੀਕੰਦ ਕਿਹਾ ਜਾਂਦਾ ਹੈ। ਇਹ ਜਿਹੜਾ ਜ਼ਿਮੀਕੰਦ ਹੈ, ਇਹ ਵੀ ਇਹਦੀ ਹੀ ਐਗਜ਼ਾਮਪਲ ਹੈ ਕੌਮਸ ਦੀ। ਸੋ ਨੈਕਸਟ ਅਸੀਂ ਬੱਚੋ ਕਰਨ ਜਾ ਰਹੇ ਹਾਂ ਰਾਈਜ਼ੋਮਸ। ਅੰਡਰਗਰਾਉਂਡ ਸਟੈਮ ਹੈ, ਇਹ ਵੀ ਅਗੇਨ ਅੰਡਰਗਰਾਉਂਡ ਸਟੈਮ ਹੈ। ਇਹਦੇ ਵਿੱਚ ਵੀ ਕੀ ਹੈ? ਇਹ ਵੀ ਕਿਉਂ? ਵਾਈ ਦੇ ਆਰ ਸਵੋਲਨ? ਬਿਕੋਜ਼ ਦੇ ਸਟੋਰ ਫੂਡ। ਔਰ ਬੇਸਿਕਲੀ ਬੱਚੋ, ਅਸੀਂ ਦੇਖਦੇ ਹਾਂ ਕਿ ਜਿਹੜੇ ਰਾਈਜ਼ੋਮਸ ਹੁੰਦੇ ਨੇ, ਇਹ ਪੈਰੀਨੇਸ਼ਨ 'ਚ ਵੀ ਹੈਲਪ ਕਰਦੇ ਨੇ। ਬੇਟੇ, ਪੈਰੀਨੇਸ਼ਨ ਹੁੰਦਾ ਹੈ ਜਦੋਂ ਬਾਹਰ ਅਨਫੇਵਰੇਬਲ ਕੰਡੀਸ਼ਨਸ ਹੁੰਦੀਆਂ ਨੇ ਨਾ, ਅਨਫੇਵਰੇਬਲ ਕੰਡੀਸ਼ਨ ਦੇ ਵਿੱਚ ਜਿਹੜਾ ਪਲਾਂਟ ਹੈ ਉਹ ਕੁਝ ਸਮੇਂ ਲਈ ਇਨਐਕਟਿਵ ਸਟੇਜ ਵਿੱਚ ਚਲਾ ਜਾਂਦਾ ਹੈ। ਸੋ ਉੱਥੇ ਕੀ ਹੁੰਦਾ ਹੈ? ਪੈਰੀਨੇਸ਼ਨ ਕਰਦੇ ਨੇ। ਪਰ ਜਦੋਂ ਹੀ ਫੇਵਰੇਬਲ ਕੰਡੀਸ਼ਨਸ ਦੁਬਾਰਾ ਆਉਂਦੀਆਂ ਨੇ, ਰਾਈਜ਼ੋਮਸ ਦੇ ਉੱਤੇ ਜਿਹੜੇ ਬਰਡਸ ਹੁੰਦੇ ਨੇ, ਅਸੀਂ ਬਰਡਸ ਨਹੀਂ ਭੁੱਲਣੇ, ਜਿਹੜੇ ਬਰਡਸ ਨੇ ਉਹ ਅਗੇਨ ਫੇਵਰੇਬਲ ਕੰਡੀਸ਼ਨ ਦੇ ਵਿੱਚ ਆ ਕੇ ਕੰਪਲੀਟ ਪਲਾਂਟ ਬਣਾਉਣ 'ਚ ਹੈਲਪ ਕਰ ਦਿੰਦੇ ਨੇ। ਸੋ ਇਹ ਹੈਗੇ ਨੇ ਰਾਈਜ਼ੋਮਸ। ਇਹਦੀਆਂ ਐਗਜ਼ਾਮਪਲ ਤੁਸੀਂ ਕਰ ਲੈਣੀਆਂ ਨੇ, ਜਿੰਜਰ, ਅਦਰਕ,
बड़ी सिंपल एग्जाम्पल है टर्मरिक, हल्दी। ਤੁਸੀਂ ਸਾਰਿਆਂ ਨੇ ਟਰਮਰਿਕ ਵੀ ਦੇਖਿਆ ਹੋਏਗਾ, ਦੇਖੀ ਹੋਏਗੀ, ਬਿਲਕੁਲ ਜਿੰਜਰ ਵਰਗੀ ਲੱਗਦੀ ਹੈ ਬਟ ਬਿਟ ਯੈਲੋਇਸ਼ ਹੁੰਦੀ ਹੈ। ਸੋ ਇਹ ਦੋਨੋਂ ਐਗਜ਼ਾਮਪਲਸ ਨੇ ਰਾਈਜ਼ੋਮਸ ਦੀ, ਇਹ ਵੀ ਕੰਪਲੀਟ ਪਲਾਂਟ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ। ਸੋ ਨੈਕਸਟ ਸਾਡੇ ਕੋਲ ਆ ਜਾਂਦੇ ਨੇ ਸਕਰਸ। ਠੀਕ ਹੈ ਜੀ, these are slender underground stems or branches you can say। slender ਦਾ ਮਤਲਬ ਹੁੰਦਾ ਹੈ sleek, mean thin। so slender underground branches ਨੇ ਜਿਹੜੇ ਕਿਸੇ ਵੀ ਪਲਾਂਟ ਦੇ ਜਿਹੜੀਆਂ ਬ੍ਰਾਂਚਸ ਨੇ, ਇਹ slender underground branches ਨੇ ਜਿਹੜੀਆਂ ਡਿਵੈਲਪ ਕਰਦੀਆਂ ਨੇ ਕਿਸੇ ਵੀ, ਸਪੋਜ਼ ਕਿਸੇ ਪਲਾਂਟ ਦੀ ਏਰੀਅਲ ਸ਼ੂਟ ਹੈ, ਏਰੀਅਲ ਮੀਨਸ ਹਵਾ ਦੇ ਵਿੱਚ ਉਹਦੀ ਸ਼ੂਟ ਹੈ, ਉਹਦੇ ਬੇਸ ਦੇ ਉੱਤੋਂ ਬੱਚੋ ਕੁਝ ਬ੍ਰਾਂਚਸ ਗਰੋ ਕਰਦੀਆਂ ਨੇ। ਇਹ ਜਿਹੜੀਆਂ ਬ੍ਰਾਂਚਸ ਨੇ ਦੇ ਡਿਵੈਲਪ ਫਰੋਮ ਦ ਬੇਸ ਆਫ ਦ ਏਰੀਅਲ ਸ਼ੂਟ ਐਂਡ ਗਰੋ ਫॉर ਸਮ ਡਿਸਟੈਂਸ, ਥੋੜੇ ਡਿਸਟੈਂਸ ਲਈ ਗਰੋ ਕਰਦੀਆਂ ਨੇ। ਐਂਡ ਜਦੋਂ ਥੋੜੇ ਡਿਸਟੈਂਸ ਲਈ ਗਰੋ ਕਰਦੀਆਂ ਅਗੇਨ ਉੱਥੋਂ ਫਿਰ ਇੱਕ ਨਿਊ ਪਲਾਂਟ ਜਿਹੜਾ ਉਹ ਡਿਵੈਲਪ ਕਰ ਜਾਂਦਾ ਹੈ। ਮੀਨਸ ਕਿ ਪਹਿਲਾਂ ਇੱਕ ਪਲਾਂਟ ਹੈ, ਉਹਦੇ ਬੇਸ ਤੋਂ ਸਕਰਸ ਡਿਵੈਲਪ ਕਰਨਗੇ, ਕੁਝ ਡਿਸਟੈਂਸ ਲਈ ਗਰੋ ਕਰਨਗੇ, ਫਿਰ ਤੋਂ ਦੁਬਾਰਾ ਤੋਂ ਇੱਕ ਨਿਊ ਪਲਾਂਟ ਡਿਵੈਲਪ ਕਰਾਉਣ 'ਚ ਹੈਲਪ ਕਰ ਦੇਣਗੇ। ਤੁਸੀਂ ਇਹਦੇ ਵਿੱਚ ਬੱਚੋ ਐਗਜ਼ਾਮਪਲ ਕਰ ਲੈਣੀ ਮਿੰਟ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਪੁਦੀਨਾ, ਜਾਂ ਇੱਕ ਤੁਸੀਂ ਇੱਥੇ ਐਗਜ਼ਾਮਪਲ ਕਰ ਲਓ ਕ੍ਰਾਈਸੈਂਥੀਮਮ। ਸੋ ਟੂ ਐਗਜ਼ਾਮਪਲ ਈਚ ਅਸੀਂ ਕਰ ਰਹੇ ਹਾਂ। ਸੋ ਇਹ ਜਿਹੜੇ ਅਸੀਂ ਹੁਣੇ ਡਿਸਕਸ ਕਰਕੇ ਹਟੇ ਹਾਂ, these all are ਅੰਡਰਗਰਾਊਂਡ ਸਟੈਮ, ਔਰ ਇਹ ਸਾਰੀਆਂ ਅੰਡਰਗਰਾਊਂਡ ਸਟੈਮ ਕਾਹਦੇ ਵਿੱਚ ਹੈਲਪ ਕਰਦੀਆਂ ਨੇ? ਵੈਜੀਟੇਟਿਵ ਪ੍ਰੋਪੀਗੇਸ਼ਨ 'ਚ। ਸੋ ਅਸੀਂ ਟਿਊਬਰਸ ਪੜ੍ਹ ਲਏ, ਅਸੀਂ ਬਲਬਸ ਪੜ੍ਹ ਲਏ, ਅਸੀਂ ਕੌਮਸ ਪੜ੍ਹੇ, ਅਸੀਂ ਰਾਈਜ਼ੋਮਸ ਪੜ੍ਹੇ, ਅਸੀਂ ਸਕਰਸ ਪੜ੍ਹੇ। all these are ਅੰਡਰਗਰਾਊਂਡ ਸਟੈਮਸ। ਔਰ ਇਹ ਅਸੀਂ ਫਿਰ ਪੜ੍ਹ ਕੇ ਰਹੇ ਹਾਂ ਕਿਵੇਂ ਸਟੈਮ ਜਿਹੜੀ ਹੈ ਉਹ ਵੈਜੀਟੇਟਿਵ ਪ੍ਰੋਪੀਗੇਸ਼ਨ ਦੇ ਵਿੱਚ ਹੈਲਪ ਕਰਦੀ ਹੈ। ਓਕੇ, ਉਸ ਤੋਂ ਬਾਅਦ ਬਿਫੋਰ ਵੀ ਫਰਦਰ ਪ੍ਰੋਸੀਡ ਟੂ ਦ ਸਬ ਏਰੀਅਲ ਸਟੈਮਸ, ਇੱਥੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੂੰਗੀ, ਡਿਸਕਸ ਕਰਨਾ ਚਾਹੂੰਗੀ। ਇੱਕ ਟਰਮ ਜਿਹੜੀ ਮੈਂ ਵਿੱਚ ਬਾਰ-ਬਾਰ ਬਰਡਸ ਯੂਜ਼ ਕਰ ਰਹੀ ਸੀ, ਉਹਨੂੰ ਤੁਸੀਂ ਐਡਵੈਂਟੀਸ਼ੀਅਸ ਬਰਡਸ ਦੇ ਨਾਮ ਨਾਲ ਜਾਣਦੇ ਹੋ। ਅਸੀਂ ਸਪੈਸੀਫਿਕ ਟਰਮ ਲਈਏ ਹੁਣ, ਐਡਵੈਂਟੀਸ਼ੀਅਸ ਬਰਡਸ ਕੀ ਹੁੰਦੇ ਨੇ? ਐਡਵੈਂਟੀਸ਼ੀਅਸ ਬਰਡਸ ਮੈਂ ਇੱਥੇ ਇੱਕ ਡੈਫੀਨੇਸ਼ਨ ਲਿਖਦੀ ਹਾਂ। these birds which occurs elsewhere on the plant, such as on trunks, roots or leaves। ਜਿਹੜੇ ਅਸੀਂ ਬਾਰ-ਬਾਰ ਬਰਡਸ ਡਿਸਕਸ ਕਰ ਰਹੇ ਹਾਂ ਕਿ ਜਿਹੜੇ ਬਰਡਸ ਕੰਪਲੀਟ ਪਲਾਂਟ ਬਣਾਉਣ ਦੇ ਵਿੱਚ ਹੈਲਪ ਕਰ ਰਹੇ ਨੇ। ਅਸੀਂ ਬਲਬਸ ਵਿੱਚ ਵੀ ਪੜ੍ਹਿਆ, ਅਸੀਂ ਸਕਰਸ ਵਿੱਚ ਵੀ ਪੜ੍ਹਿਆ, ਅਸੀਂ ਰਾਈਜ਼ੋਮਸ ਦੇ ਵਿੱਚ ਵੀ ਪੜ੍ਹਿਆ, ਅਸੀਂ ਕੌਮਸ ਦੇ ਵਿੱਚ ਵੀ ਪੜ੍ਹਿਆ। ਅਸੀਂ ਕੀ ਕਿਹਾ ਕਿ ਉਹਨਾਂ ਦੇ ਸਰਫੇਸ ਦੇ ਉੱਤੇ ਕੁਝ ਬਰਡਸ ਹੁੰਦੇ ਨੇ, ਉਹ ਸਪੈਸੀਫਿਕਲੀ ਮੈਂ ਦੱਸ ਰਹੀ ਕਿਹੜੇ ਬਰਡਸ ਹੁੰਦੇ ਨੇ? ਐਡਵੈਂਟੀਸ਼ੀਅਸ ਬਰਡਸ। ਐਡਵੈਂਟੀਸ਼ੀਅਸ ਬਰਡਸ ਕੀ ਹੁੰਦੇ ਨੇ? ਉਹ ਬਰਡ ਜਿਹੜੇ ਪਲਾਂਟ ਦੇ ਉੱਤੇ ਡਿਵੈਲਪ ਕਰਦੇ ਨੇ। ਅਕਰਸ ਐਲਸਵੇਅਰ ਟਰਮ ਅਸੀਂ ਕਿਉਂ ਯੂਜ਼ ਕੀਤੀ? ਕਿਉਂਕਿ ਜਨਰਲੀ ਜਿਹੜੇ ਬਰਡਸ ਨੇ ਉਹ ਸਟੈਮ ਦੇ ਟਿਪ ਤੇ ਡਿਵੈਲਪ ਕਰਦੇ ਨੇ ਜਾਂ ਕਿਸੇ ਵੀ ਪਾਰਟ ਦੇ ਟਿਪ ਤੇ ਡਿਵੈਲਪ ਕਰਦੇ ਨੇ, ਜਿਹਦਾ ਸਟੈਮ ਦੀ ਟਿਪ ਤੇ ਹੋ ਗਏ ਜਾਂ ਲੀਫ ਦੇ ਕਿਨਾਰਿਆਂ ਤੇ ਹੋ ਗਏ। ਪਰ ਸਟੂਡੈਂਟਸ, ਇਹ ਬਰਡਸ ਉਹ ਬਰਡਸ ਨਹੀਂ ਹੈ, ਇਹ ਉਹਨਾਂ ਤੋਂ ਹਟ ਕੇ ਹੈ। ਐਲਸਵੇਅਰ ਔਨ ਦਾ ਪਲਾਂਟ, ਜਿਹੜੇ ਪਲਾਂਟ ਦੀ ਟਰੰਕ ਤੇ ਰੂਟਸ ਤੇ ਲੀਵਸ ਤੇ ਡਿਵੈਲਪ ਕਰਨਗੇ, ਅਸੀਂ ਉਹਨਾਂ ਨੂੰ ਕੀ ਬੋਲਾਂਗੇ? ਐਡਵੈਂਟੀਸ਼ੀਅਸ ਬਰਡਸ। ਐਂਡ these ਐਡਵੈਂਟੀਸ਼ੀਅਸ ਬਰਡਸ ਹੈਲਪ ਇਨ ਵੈਜੀਟੇਟਿਵ ਪ੍ਰੋਪੀਗੇਸ਼ਨ। ਵੈਰੀ ਇੰਪੋਰਟੈਂਟ ਥਿੰਗ। ਓਕੇ, ਸੋ ਅਸੀਂ ਫਰਦਰ ਪ੍ਰੋਸੀਡ ਕਰਦੇ ਹਾਂ ਸੈਕਿੰਡ ਟਾਈਪ, ਜਿਹਦੇ ਵਿੱਚ ਅਸੀਂ ਹੁਣ ਡਿਸਕਸ ਕਰਨਾ ਹੈ ਕਿ ਅੰਡਰਗਰਾਊਂਡ ਸਟੈਮ ਤਾਂ ਅਸੀਂ ਡਿਸਕਸ ਕਰ ਲਈ ਆ ਕਿ ਅੰਡਰਗਰਾਊਂਡ ਸਟੈਮ ਕਿਵੇਂ ਹੈਲਪ ਕਰਦੀਆਂ ਨੇ ਵੈਜੀਟੇਟਿਵ ਪ੍ਰੋਪੀਗੇਸ਼ਨ 'ਚ। ਹੁਣ ਅਸੀਂ ਬੱਚੋ ਪੜ੍ਹਨੀਆਂ ਨੇ ਸਬ ਏਰੀਅਲ ਸਟੈਮਸ। ਕਿਹੜੀਆਂ ਸਟੈਮਸ ਪੜ੍ਹਨੀਆਂ ਨੇ? ਸਬ ਏਰੀਅਲ ਸਟੈਮਸ। ਸੋ ਸਬ ਏਰੀਅਲ ਦਾ ਪਹਿਲਾਂ ਅਸੀਂ ਮਤਲਬ ਸਮਝਾਂਗੇ। ਇੱਕ ਚੀਜ਼ ਹੁੰਦੀ ਹੈ ਬੱਚੋ ਅੰਡਰਗਰਾਊਂਡ, ਇੱਕ ਚੀਜ਼ ਹੁੰਦੀ ਹੈ ਏਰੀਅਲ, ਇੱਕ ਚੀਜ਼ ਹੁੰਦੀ ਹੈ ਸਬ ਏਰੀਅਲ। ਸਬ ਏਰੀਅਲਸ ਨੇ ਨਾ ਤਾਂ ਉਹ ਕੰਪਲੀਟਲੀ ਅੰਡਰ ਦਾ ਗਰਾਊਂਡ ਨੇ, ਨਾ ਉਹ ਕੰਪਲੀਟਲੀ ਹਵਾ ਦੇ ਵਿੱਚ ਨੇ, ਏਰੀਅਲ ਨੇ। ਸੋ ਅਸੀਂ ਇੱਥੇ ਡਿਸਕਸ ਕਰਨ ਜਾ ਰਹੇ ਹਾਂ ਸਬ ਏਰੀਅਲ ਸਟੈਮਸ ਔਰ ਕ੍ਰੀਪਿੰਗ ਸਟੈਮ। ਬੱਚੋ ਕ੍ਰੀਪਿੰਗ ਵਰਡ ਅਸੀਂ ਕਿੱਥੇ ਯੂਜ਼ ਕਰਦੇ ਹਾਂ?
ਜਿਹੜੀ ਚੀਜ਼ ਰੇਂਗਦੀ ਹੈ। ਮੈਂ ਉਹੀ ਗੱਲ ਤੁਹਾਨੂੰ ਕਹੀ ਹੈ, ਨਾ ਤਾਂ ਇਹ ਅੰਡਰ ਦਾ ਗਰਾਊਂਡ ਹੈ, ਨਾ ਇਹ ਕੰਪਲੀਟਲੀ ਅਬਵ ਦਾ ਗਰਾਊਂਡ ਹੈ ਹਵਾ ਦੇ ਵਿੱਚ। ਇਹ ਹੈ ਤਾਂ ਬੱਚੋ ਅਬਵ ਦਾ ਗਰਾਊਂਡ ਬਟ ਨਾਟ ਕੰਪਲੀਟਲੀ ਇਨ ਦਾ 에ਅਰ, ਬਟ ਇਹ ਸਰਫੇਸ ਤੇ ਕ੍ਰੀਪ ਕਰਦੀਆਂ ਨੇ ਇਹ ਵਾਲੀਆਂ ਜਿਹੜੀਆਂ ਸਟੈਮਸ ਨੇ। ਸੋ ਇਹ ਸਟੈਮ ਜਦੋਂ ਕੰਪਲੀਟ ਪਲਾਂਟ ਬਣਾਉਣ 'ਚ ਹੈਲਪ ਕਰਦੀਆਂ ਨੇ, ਸੋ ਅਸੀਂ ਉਸ ਚੀਜ਼ ਨੂੰ ਕੀ ਬੋਲਦੇ ਹਾਂ, ਉਸ ਰੀਪਰੋਡਕਸ਼ਨ ਨੂੰ ਕੀ ਬੋਲਦੇ ਹਾਂ, ਵੈਜੀਟੇਟਿਵ ਪ੍ਰੋਪੇਗੇਸ਼ਨ ਔਰ ਵੈਜੀਟੇਟਿਵ ਰੀਪਰੋਡਕਸ਼ਨ। ਸੋ ਅਸੀਂ ਇਹਦੇ ਵਿੱਚ ਐਗਜ਼ਾਮਪਲ ਪੜਾਂਗੇ। ਸਭ ਤੋਂ ਪਹਿਲੀ ਰਨਰਸ। ਕਿਹੜੀ ਐਗਜ਼ਾਮਪਲ ਪੜਨ ਜਾ ਰਹੇ ਹਾਂ? ਰਨਰਸ। ਰਨਰਸ ਕੀ ਨੇ? ਮੇਨਲੀ ਨੈਰੋ, ਪਤਲੇ ਪਤਲੇ, ਕੌਮਾ। ਹੌਰੀਜ਼ੌਂਟਲ। ਹੌਰੀਜ਼ੌਂਟਲ ਮੀਨਸ ਉਹੀ ਗੱਲ, ਸਰਫੇਸ ਦੇ ਹੌਰੀਜ਼ੌਂਟਲੀ ਮੂਵ ਕਰਦੀਆਂ ਨੇ। ਕਿੱਦਾਂ ਮੂਵ ਕਰਦੀਆਂ ਨੇ? ਸਰਫੇਸ ਦੇ ਹੌਰੀਜ਼ੌਂਟਲੀ। ਗ੍ਰੀਨ ਹੁੰਦੀਆਂ ਨੇ, ਠੀਕ ਹੈ ਜੀ। ਔਰ ਮੇਨਲੀ ਇਹ ਜਿਹੜੀਆਂ ਬ੍ਰਾਂਚਿਸ ਨੇ ਜਾਂ ਇਹ ਜਿਹੜੇ ਰਨਰਸ ਨੇ ਕਿੱਥੇ ਡਿਵੈਲਪ ਕਰਦੇ? ਜਿਵੇਂ ਕੋਈ ਪਲਾਂਟ ਹੈ ਉਹਦੇ ਬੇਸ ਤੇ ਇਹਦੀਆਂ ਜਿਹੜੀਆਂ ਬ੍ਰਾਂਚਿਸ ਹੈ ਕਿਸੇ ਵੀ ਪਲਾਂਟ ਦੇ ਬੇਸ ਤੇ ਡਿਵੈਲਪ ਕਰਦੀਆਂ ਨੇ ਔਰ ਰੂਟ ਦੇ। ਐਂਡ ਕੁਝ ਸਮੇਂ ਤੋਂ ਬਾਅਦ ਕੀ ਕਰਦੀਆਂ ਨੇ, ਜਿਵੇਂ ਇੱਥੇ ਡਿਵੈਲਪ ਕੀਤੀਆਂ, ਹੌਰੀਜ਼ੌਂਟਲ ਟੂ ਦਾ ਸਰਫੇਸ ਗਰੋ ਕੀਤੀਆਂ, ਅਗੇਨ ਡਿਵੈਲਪ ਕੀਤੀਆਂ, ਉੱਥੇ ਇੱਕ ਨੇ ਕੰਪਲੀਟ ਪਲਾਂਟ ਬਣਾਤਾ, ਫਿਰ ਹੌਰੀਜ਼ੌਂਟਲੀ ਗਰੋ ਕੀਤੀਆਂ, ਫਿਰ ਕੰਪਲੀਟ ਪਲਾਂਟ ਬਣਾਤਾ। ਤੁਸੀਂ ਕੀ ਦੇਖ ਰਹੇ ਹੋ? ਹੌਰੀਜ਼ੌਂਟਲੀ ਮੂਵ ਕਰ ਰਹੀਆਂ ਨੇ ਤੇ ਇੰਟਰਵਲਸ ਤੋਂ ਬਾਅਦ ਉਹ ਕੰਪਲੀਟ ਪਲਾਂਟ ਬਣਾਉਣ ਦੇ ਵਿੱਚ ਹੈਲਪ ਕਰ ਰਹੀਆਂ। ਸੋ ਇਹਨਾਂ ਨੂੰ ਅਸੀਂ ਕੀ ਬੋਲਦੇ ਹਾਂ? ਰਨਰਸ। ਵੀ ਕਾਲ them as ਰਨਰਸ। ਸੋ ਇਦਾਂ ਦੀਆਂ ਹੀ ਅਸੀਂ ਹੁਣ ਕੁਝ ਹੋਰ ਐਗਜ਼ਾਮਪਲਸ ਕਰਾਂਗੇ ਇਹਦੀਆਂ ਰਨਰਸ ਦੀਆਂ। ਸੋ ਰਨਰ ਦੀ ਤੁਸੀਂ ਬੜੀ ਕਾਮਨ ਐਗਜ਼ਾਮਪਲ ਕਰ ਸਕਦੇ ਹੋ, ਲੌਨ ਗ੍ਰਾਸ ਕਾ, ਜਿਹੜਾ ਸਾਡੇ ਲੌਨ ਦੇ ਵਿੱਚ ਗਰੋ ਕਰਦਾ ਹੈ। ਇਹਦੇ ਵਿੱਚ ਕੀ ਹੈ, ਜਿੱਥੇ ਇਹ, ਔਰ ਰਨਰ ਦੀ ਇੱਕ ਹੋਰ ਖਾਸੀਅਤ ਹੈ, ਜਿੱਥੇ ਰਨਰ ਬ੍ਰੇਕ ਕਰ ਜਾਂਦਾ ਹੈ, ਜਿੱਥੇ ਬ੍ਰੇਕ ਕਰਕੇ ਗਿਰਦਾ ਹੈ, ਉੱਥੇ ਨਿਊ ਰਨਰ ਡਿਵੈਲਪ ਕਰਦਾ ਹੈ। ਸੋ ਅਸੀਂ ਰਨਰਸ ਦੇ ਵਿੱਚ ਕੀ ਸਟੱਡੀ ਕੀਤਾ? ਨੈਰੋ ਨੇ, ਗ੍ਰੀਨ ਨੇ, ਹੌਰੀਜ਼ੌਂਟਲ ਬ੍ਰਾਂਚਿਸ ਨੇ, ਜਿਹੜੇ ਕਿਸੇ ਵੀ ਪਲਾਂਟ ਦੇ ਜਾਂ ਕਰਾਊਨ ਹੁੰਦਾ ਜਿੱਥੇ ਗਰੁੱਪ ਆਫ ਇਦਾਂ ਬ੍ਰਾਂਚਿਸ ਡਿਵੈਲਪ ਕੀਤੀਆਂ ਹੋਣ, ਉਹਦੇ ਬੇਸ ਤੇ ਡਿਵੈਲਪ ਕਰਦਾ ਹੈ, ਫਿਰ ਹੌਰੀਜ਼ੌਂਟਲੀ ਮੂਵ ਕਰਦਾ ਹੈ, ਅਗੇਨ ਇੱਕ ਨਿਊ ਪਲਾਂਟ ਬਣਾ ਦਿੰਦਾ ਹੈ। ਦੈਟ ਮੀਨਸ ਰਨਰ ਕੀ ਕਰਦੇ ਪਏ ਨੇ? ਇੰਟਰਵਲਸ ਤੇ ਨਿਊ ਪਲਾਂਟਸ ਡਿਵੈਲਪ ਕਰਨ ਤੇ ਦੀ ਬੜੀ ਕਾਮਨ ਐਗਜ਼ਾਮਪਲ ਹੈਗੀ ਹੈ ਲੌਨ ਗ੍ਰਾਸ। ਸੋ ਨੈਕਸਟ ਅਸੀਂ ਸਟੱਡੀ ਕਰਨ ਜਾ ਰਹੇ ਹਾਂ ਸੈਕੰਡ ਟਾਈਪ ਆਫ ਸਬ ਏਰੀਅਲ ਔਰ ਕ੍ਰੀਪਿੰਗ ਸਟੈਮ, ਦੈਟ ਇਜ਼ ਸਟੋਲੋਨਸ। ਮਿਲਦੇ ਜੁਲਦੇ ਹੀ ਨੇ ਸਾਰੇ। ਸੋ ਸਟੋਲੋਨਸ ਕੀ ਨੇ? these are arced horizontal branches। ਬੱਚੋ arced ਕੀ ਹੁੰਦਾ ਹੈ ਤਾਂ ਇਹ horizontal ਹੀ ਨੇ, like runners। these are also horizontal like runners but arced। one is this straight arced। ਸੋ ਇਹ ਕੀ ਨੇ? arced ਨੇ, horizontal branches ਨੇ that develop at the base of the crown। again ਉਹੀ ਗੱਲ, ਇੱਕ plant grow ਹੋਇਆ ਪਿਆ, ਉਹਦੇ base ਤੇ ਇਹ arced branch or you can say arced horizontal branch develop ਕਰਦੀ ਹੈ, further ਥੋੜੀ ਜੀ move ਕਰਦੀ ਹੈ, again ਇੱਕ new plant ਬਣਾਉਂਦੀ ਹੈ, ਫਿਰ move ਕਰਦੀ ਹੈ, ਫਿਰ new plant ਬਣਾਉਂਦੀ ਹੈ। ਸੋ ਤੁਸੀਂ ਕੀ ਦੇਖਦੇ ਹੋ? ਇੱਦਾਂ move ਕੀਤੀ, ਜਿੱਥੇ ਟੱਚ ਕੀਤੀ ਉੱਥੇ ਇੱਕ ਨਵਾਂ ਪਲਾਂਟ ਬਣ ਗਿਆ, ਫਿਰ ਮੂਵ ਕੀਤੀ, ਜਿੱਥੇ ਸਰਫੇਸ ਤੇ ਟੱਚ ਕੀਤਾ ਉੱਥੇ ਨਿਊ ਪਲਾਂਟ ਬਣ ਗਿਆ। ਸੋ these are the stolons। ਸੋ ਬੱਚਾ ਸਟੋਲੋਨਸ ਦੀ ਜਿਹੜੀ ਤੁਸੀਂ ਐਗਜ਼ਾਮਪਲ ਕਰਨੀ ਹੈ ਉਹ ਕਰ ਸਕਦੇ ਹੋ ਸਟ੍ਰਾਬੇਰੀ। ਕੀ ਐਗਜ਼ਾਮਪਲ ਅਸੀਂ ਕਰ ਸਕਦੇ ਹਾਂ? ਸਟ੍ਰਾਬੇਰੀ। ਸੋ ਇਹਦੀ ਰਨਰਸ ਦੀ ਅਸੀਂ ਐਗਜ਼ਾਮਪਲ ਕੀਤੀ ਲੌਨ ਗ੍ਰਾਸ ਤੇ ਇਹਦੀ ਅਸੀਂ ਸਟੋਲੋਨਸ ਦੀ ਐਗਜ਼ਾਮਪਲ ਕੀਤੀ ਸਟ੍ਰਾਬੇਰੀ। ਸੋ ਬੱਚੋ ਥਰਡ ਇਜ਼ ਆਫਸੈਟਸ। ਆਫਸੈਟਸ ਕੀ ਨੇ? these are one internode long runners। ਬੱਚੋ what is internode? ਅਸੀਂ ਵੈਸੇ ਤਾਂ +1 ਚ ਡਿਸਕਸ ਕਰ ਚੁੱਕੇ ਹਾਂ। ਕਿਸੇ ਵੀ ਪਲਾਂਟ ਦੇ ਸਰਫੇਸ ਤੇ ਨੋਡਸ ਹੁੰਦੀਆਂ ਨੇ। the distance between these two nodes is called as internode। ਤੁਸੀਂ ਸ਼ੂਗਰ ਕੇਨ ਦੇਖਿਆ? ਸ਼ੂਗਰ ਕੇਨ ਦੇ ਸਰਫੇਸ ਤੇ ਨੋਡਸ ਹੁੰਦੀਆਂ ਨੇ, ਬੜੀ ਈਜ਼ੀਲੀ ਵਿਜ਼ੀਬਲ ਹੁੰਦੀਆਂ ਨੇ। ਦ ਡਿਸਟੈਂਸ ਬਿਟਵੀਨ ਦ ਟੂ ਨੋਡਸ ਇਜ਼ ਇੰਟਰਨੋਡ। ਸੋ ਆਫਸੈਟਸ ਕੀ ਨੇ? ਵਨ ਇੰਟਰਨੋਡ ਲੌਂਗ ਰਨਰ ਹੈ, ਜਿਹੜੇ ਕਿ ਕਈ ਇਕੁਐਟਿਕ ਪਲਾਂਟ ਦੇ ਵਿੱਚ ਮੇਨਲੀ, ਤਾਂ ਹੀ ਇਹ ਡਿਫਰੈਂਟ ਨੇ ਫਰੋਮ ਦ ਸਿੰਪਲ ਰਨਰਸ ਬਿਕੋਜ਼ ਦੇ ਆਰ ਦ ਇਕੁਐਟਿਕ। ਇਕੁਐਟਿਕ ਮੀਨਸ ਇਹ ਪਾਣੀ ਦੇ ਵਿੱਚ ਗਰੋ ਕਰਦੇ ਨੇ।
ਸੋ ਇਕੁਐਟਿਕ ਪਲਾਂਟ ਨੇ ਉਹਨਾਂ ਦੇ ਵਿੱਚ ਇਹ ਇੱਕ ਕੰਪਲੀਟ ਪਲਾਂਟ ਬਣਾਉਣ 'ਚ ਹੈਲਪ ਕਰਦਾ ਹੈ। ਸੋ ਕਿਹੜੀ ਰੀਪਰੋਡਕਸ਼ਨ ਕਰਦਾ ਹੈ? ਵੈਜੀਟੇਟਿਵ ਪ੍ਰੋਪੇਗੇਸ਼ਨ। ਸੋ ਤੁਸੀਂ ਇਹਦੀ ਐਗਜ਼ਾਮਪਲ ਬੱਚੋ ਕਰ ਸਕਦੇ ਹੋ ਇਸ਼ੋਰਨੀਆ। ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਵਾਟਰ ਹਾਈਸਿੰਥ, ਅਸੀਂ ਇਹਨੂੰ ਕਾਮਨਲੀ ਵਾਟਰ ਹਾਈਸਿੰਥ ਕਹਿੰਦੇ ਹਾਂ, ਬਟ ਅਸੀਂ ਇਹਨੂੰ ਬਾਇਓਲੋਜੀਕਲੀ ਕੀ ਕਹਿਣਾ ਹੈ? ਇਸ਼ੋਰਨੀਆ। ਸਾਇੰਟਿਫਿਕ ਜਿਹੜਾ ਨੇਮ ਹੈ ਉਹਦਾ ਕੀ ਹੈ? ਇਸ਼ੋਰਨੀਆ। ਔਰ ਅਸੀਂ ਇਹਨੂੰ ਆਈ ਹੈ ਨੋਰਮਲ ਲੈਂਗੁਏਜ ਦੇ ਵਿੱਚ ਅਸੀਂ ਇਹਨੂੰ ਵਾਟਰ ਹਾਈਸਿੰਥ ਕਹਿੰਦੇ ਆ। ਇੱਕ ਹੋਰ ਐਗਜ਼ਾਮਪਲ ਤੁਸੀਂ ਇਹਦੀ ਸਿੰਪਲ ਕਰ ਸਕਦੇ ਹੋ, ਪਿਸਟੀਆ। ਕਿਹੜੀ ਐਗਜ਼ਾਮਪਲ ਕਰ ਸਕਦੇ ਹੋ? ਪਿਸਟੀਆ। ਸੋ ਬੱਚੋ ਅਸੀਂ 3 ਤਰ੍ਹਾਂ ਦੀਆਂ ਸਬ ਏਰੀਅਲ ਸਟੈਮਸ ਪੜ੍ਹ ਲਈਆਂ, ਰਨਰਸ, ਸਟੋਲਨਸ ਤੇ ਆਫਸੈਟ। ਯੂ ਜਸਟ ਨੀਡ ਟੂ ਰਿਮੈਂਬਰ ਦ ਡੈਫੀਨੇਸ਼ਨ ਐਂਡ ਐਗਜ਼ਾਮਪਲ ਆਫ ਦਿਸ, ਕਿਉਂਕਿ ਸਾਨੂੰ 1 ਮਾਰਕ ਦੀ ਕਈ ਵਾਰੀ ਕੁਐਸਚਨ ਆਉਂਦਾ ਬੋਰਡ 'ਚ ਫਾਈਨਲਸ 'ਚ ਕਿ ਲੌਨ ਗ੍ਰਾਸ ਕਿਹਦੀ ਐਗਜ਼ਾਮਪਲ ਹੈ? ਹਾਊ ਦੇ ਵੈਜੀਟੇਟਿਵਲੀ ਪ੍ਰੋਪੇਗੇਸ਼ਨ ਤੁਸੀਂ ਕਹਿਣਾ ਦੀਜ਼ ਆਰ ਦ ਰਨਰਸ, ਔਰ ਤੁਸੀਂ ਬ੍ਰੈਕਟ 'ਚ ਲਿਖ ਸਕਦੇ ਹੋ ਸਬ ਏਰੀਅਲ ਸਟੈਮ ਹੈ ਤੇ ਵੈਜੀਟੇਟਿਵ ਪ੍ਰੋਪੇਗੇਸ਼ਨ ਕਰਦੀ ਹੈ। ਸਮਟਾਈਮਸ ਆ ਸਕਦਾ ਹੈ ਕਿ ਰਨਰ ਦੀ ਐਗਜ਼ਾਮਪਲ ਦਿਓ। ਸੋ ਬੋਥ ਸਾਈਡਸ ਇਹ ਕੁਐਸਚਨ ਜਿਹੜਾ ਉਹ ਬਣ ਸਕਦਾ ਹੈ। ਤੁਸੀਂ ਸਬ ਏਰੀਅਲ ਸਟੈਮ ਲਾਈਕ ਦਿਸ ਕਰਨਾ ਹੈ। ਐਂਡ ਸਾਡੇ ਕੋਲ ਥਰਡ ਜਿਹੜਾ ਸਟੂਡੈਂਟਸ ਰਹਿ ਗਿਆ ਉਹ ਰਹਿ ਗਈਆਂ ਏਰੀਅਲ ਸਟੈਮਸ। ਕਿਹੜੀਆਂ ਰਹਿ ਗਈਆਂ? ਏਰੀਅਲ ਸਟੈਮਸ। ਟੋਟਲੀ ਸਟੂਡੈਂਟਸ ਜਿਹੜੀਆਂ ਹਵਾ ਦੇ ਵਿੱਚ ਸਟੈਮਸ ਹੁੰਦੀਆਂ ਨੇ, ਤੁਸੀਂ ਦੇਖੋ ਅਸੀਂ ਕਹਿ ਸਕਦੇ ਹਾਂ ਪਰਪੈਂਡੀਕੂਲਰ ਟੂ ਦਾ ਸਰਫੇਸ ਆਫ ਗਰਾਊਂਡ ਗਰੋ ਕਰਦੀਆਂ, ਉਹ ਏਰੀਅਲ ਸਟੈਮ ਹੁੰਦੀਆਂ ਨੇ। ਸੋ ਏਰੀਅਲ ਸਟੈਮ ਦੇ ਵਿੱਚ ਅਸੀਂ ਸਿੰਪਲੀ ਕਰਾਂਗੇ ਕਿ ਏਰੀਅਲ ਸਟੈਮ ਦਾ ਕੋਈ ਵੀ ਪਾਰਟ, ਕੋਈ ਵੀ ਸੈਗਮੈਂਟ ਇੱਕ ਕੰਪਲੀਟ ਪਲਾਂਟ ਬਣਾਉਣ 'ਚ ਜਦੋਂ ਹੈਲਪ ਕਰੇ ਅਸੀਂ ਉਹਨੂੰ ਕੀ ਬੋਲਦੇ ਹਾਂ? ਵੈਜੀਟੇਟਿਵ ਪ੍ਰੋਪੇਗੇਸ਼ਨ ਬਾਏ ਏਰੀਅਲ ਸਟੈਮਸ। ਸੋ ਬੱਚੋ ਇਹਦੇ ਵਿੱਚ ਤੁਸੀਂ ਐਗਜ਼ਾਮਪਲ ਕਰ ਲਓ ਸ਼ੂਗਰ ਕੇਨ ਦੀ ਸਟੈਮ ਲਓ, ਉਹਨੂੰ ਕੱਟ ਕਰੋ, ਉਹਨੂੰ ਗਰੋ ਆਪਣਾ ਉਹਦੇ ਵਿੱਚ ਸੋਇਲ ਦੇ ਵਿੱਚ ਗਰੋ ਕਰਾਓ, ਇਟ ਵਿਲ ਗਿਵ ਰਾਈਜ਼ ਟੂ ਕੰਪਲੀਟ ਪਲਾਂਟ। ਇਹ ਅਸੀਂ ਯਾਦ ਰੱਖਣਾ ਕਿ ਉਹਦੇ ਵਿੱਚ ਨੋਡ ਹੋਣੀ ਜ਼ਰੂਰੀ ਹੈ। ਸੋ ਇਹ ਕੀ ਹੋ ਗਿਆ ਸਾਡੇ ਕੋਲ? ਏਰੀਅਲ ਸਟੈਮ। ਬਸ ਇੱਕ ਗੱਲ ਮਾਈਂਡ 'ਚ ਯਾਦ ਰੱਖਣੀ ਹੈ ਕਿ ਉਹ ਪਾਰਟ ਏਰੀਅਲ ਸਟੈਮ ਦਾ ਜਿਹੜੇ ਫਰੈਗਮੈਂਟ ਹੈ ਔਰ ਪਾਰਟ ਹੈ ਉਹਦੇ ਵਿੱਚ ਸਟੂਡੈਂਟ ਨੋਡਸ, ਇੱਕ ਨੋਡ ਐਟਲੀਸਟ ਹੋਣੀ ਜ਼ਰੂਰੀ ਹੈ। ਕਲੀਅਰ ਹੈ? ਸੋ ਨੈਕਸਟ ਅਸੀਂ ਡਿਸਕਸ ਕਰਨ ਜਾ ਰਹੇ ਹਾਂ। ਹੁਣ ਅਸੀਂ ਕਰ ਕੀ ਰਹੇ ਹਾਂ? ਵੈਜੀਟੇਟਿਵ ਪ੍ਰੋਪੇਗੇਸ਼ਨ। ਸਭ ਤੋਂ ਪਹਿਲਾਂ ਅਸੀਂ ਕੀਤੀ ਵੈਜੀਟੇਟਿਵ ਪ੍ਰੋਪੇਗੇਸ਼ਨ ਕਿਹਦੇ ਨਾਲ? ਸਟੈਮ ਨਾਲ। ਸਟੈਮ ਦੀ ਅਸੀਂ 3 ਟਾਈਪਸ ਪੜ੍ਹ ਲਈਆਂ। ਕਿਹੜੀ? ਅੰਡਰਗਰਾਉਂਡ, ਸਬ ਏਰੀਅਲ ਤੇ ਏਰੀਅਲ। 3 ਪੜ੍ਹ ਲਈਆਂ ਅਸੀਂ। ਸੋ ਸਿਮਿਲਰਲੀ ਬੱਚੋ ਹੁਣ ਜੇ ਸਟੈਮ ਨੂੰ ਛੱਡ ਦਈਏ ਤਾਂ ਹੋਰ ਕਿਹੜਾ ਪਾਰਟ ਹੈ ਪਲਾਂਟ ਦਾ? ਫਲਾਰ ਨੂੰ ਤਾਂ ਅਸੀਂ ਸੈਕਸ਼ੂਅਲ ਰਿਪਰੋਡਕਸ਼ਨ ਲਈ ਯੂਜ਼ ਕਰ ਲਿਆ, ਸਟੈਮ ਹੋ ਗਈ। ਹੋਰ ਕੀ ਹੋ ਸਕਦਾ ਸਾਡੇ ਕੋਲ? ਲੀਵਸ। ਸੋ ਲੀਵਸ ਜਿਹੜੀਆਂ ਨੇ ਕਈ ਪਲਾਂਟ ਦੀਆਂ, ਉਹਨਾਂ ਦੇ ਉੱਤੇ ਵੀ ਬੱਚੋ ਕੀ ਹੁੰਦੇ ਨੇ? ਐਡਵੈਂਟੀਸ਼ੀਅਸ ਬਰਡਸ। ਕੀ ਹੁੰਦੇ ਨੇ? ਐਡਵੈਂਟੀਸ਼ੀਅਸ ਬਰਡਸ। ਮੈਂ ਹੁਣੇ ਹੀ ਦੱਸ ਕੇ ਹਟੀਆਂ, these birds are very important because they are capable of producing complete new plant. ਸੋ ਜਿਨ੍ਹਾਂ ਪਲਾਂਟ ਦੀਆਂ ਲੀਵਸ ਦੇ ਉੱਤੇ ਐਡਵੈਂਟੀਸ਼ੀਅਸ ਬਰਡਸ ਹੁੰਦੇ ਨੇ, they are capable of doing vegetative propagation. ਐਗਜ਼ਾਮਪਲ ਕਰ ਲਓ ਤੁਸੀਂ, ਬੇਗੋਨੀਆ ਕਰ ਲਓ, ਤੁਸੀਂ ਬ੍ਰਾਇਓਫਾਈਲਮ ਦੇਖਿਆ ਹੋਏਗਾ, ਈਜ਼ੀਲੀ ਦਿਖ ਜਾਂਦਾ ਹੈ। ਸੋ ਬ੍ਰਾਇਓਫਾਈਲਮ ਦੀਆਂ ਤੁਸੀਂ ਲੀਵਸ ਦੇ ਵਿੱਚ ਦੇਖੋ, ਲੀਵਸ ਦੇ ਉੱਪਰ ਦੇਖੋ ਬੱਚੋ, ਤਾਂ ਉਹਦੇ ਉੱਤੇ ਐਡਵੈਂਟੀਸ਼ੀਅਸ ਬਰਡਸ ਹੁੰਦੇ ਨੇ। ਐਂਡ ਇਹਦਾ ਜਿਹੜੀ ਲੀਫ ਹੈ, ਲੀਫ ਹੀ ਕੰਪਲੀਟ ਪਲਾਂਟ ਬਣਾਉਣ 'ਚ ਹੈਲਪ ਕਰਦੀ ਹੈ। ਠੀਕ ਹੈ ਜੀ। ਸੋ ਅਸੀਂ ਲੀਵਸ ਕਰ ਲਈਆਂ, ਅਸੀਂ ਅੰਡਰਗਰਾਉਂਡ ਸਟੈਮ ਕਰ ਲਿਆ, ਅਸੀਂ ਏਰੀਅਲ ਸਟੈਮ ਕਰ ਲਿਆ, ਸਬ ਏਰੀਅਲ, ਔਰ ਜਨਰਲੀ ਆਈ ਕੈਨ ਸੇ ਅਸੀਂ ਸਟੈਮ ਕਰ ਲਈਆਂ, ਲੀਵਸ ਕਰ ਲਈਆਂ। ਸੋ ਅਸੀਂ ਨੈਕਸਟ ਜਿਹੜਾ ਪਾਰਟ ਆਫ ਪਲਾਂਟ ਕਰਾਂਗੇ ਉਹ ਹੈ ਸਾਡੇ ਕੋਲ ਰੂਟਸ। ਅਸੀਂ ਰੂਟਸ ਤੋਂ ਵੀ ਬਣਾ ਸਕਦੇ ਹਾਂ ਕੰਪਲੀਟ ਪਲਾਂਟ। ਹੈ ਤੇ ਤੁਸੀਂ ਜਨਰਲੀ ਸਾਰੇ ਪੜ੍ਹਦੇ ਆ ਰਹੇ ਹੋ ਕਿ ਰੂਟਸ ਜਿਹੜੀਆਂ ਨੇ ਉਹ ਵੀ ਕੈਪੇਬਲ ਹੁੰਦੀਆਂ ਨੇ ਕੰਪਲੀਟ ਪਲਾਂਟ ਬਣਾਉਣ ਲਈ। ਇਹ ਤਾਂ ਅਸੀਂ ਬੇਸਿਕਲੀ ਜਨਰਲੀ ਕਾਫੀ ਪਲਾਂਟਸ 'ਚ ਦੇਖਦੇ ਹਾਂ ਕਿ ਕਿਸੇ ਵੀ ਪਲਾਂਟ ਨੂੰ ਦੇਅਰ ਰੂਟਸ ਵਿਦ ਰੂਟਸ, ਉਹ ਵਾਲਾ ਪਲਾਂਟ ਉਹਨੂੰ ਤੁਸੀਂ ਮਿੱਟੀ ਦੇ ਵਿੱਚੋਂ ਨਿਕਾਲ ਲਓ, ਨਵੀਂ ਜਗ੍ਹਾ ਤੇ ਗਰੋ ਕਰਾਓ ਤਾਂ ਕੰਪਲੀਟ ਪਲਾਂਟ ਬਣਾਉਣ 'ਚ ਹੈਲਪ ਕਰੇਗਾ। ਸੋ ਰੂਟਸ ਹੈ, ਲੀਵਸ ਹੈ, ਸਟੈਮਸ ਹੈ, ਜਿਹੜੀਆਂ ਵੈਜੀਟੇਟਿਵ ਪ੍ਰੋਪੇਗੇਸ਼ਨ 'ਚ ਹੈਲਪ ਕਰਦੀਆਂ। ਅਸੀਂ ਹੋਰ ਕੀ ਲੈ ਸਕਦੇ ਹਾਂ? ਵੀ ਆਲਸੋ ਹੈਵ ਅਨਦਰ ਪਾਰਟ, ਬਲਬਿਲਸ। ਬੱਚੋ ਇਹ ਕੀ ਹੈ? ਇਹ ਇੱਕ ਮਲਟੀ ਸੈਲੂਲਰ ਫਲੈਸ਼ੀ birds ne. These are multicellular. They are made up of many cells. Fleshy mean they store food. Birds ne which are also capable of producing new plant, or we can say which are capable of doing vegetative propagation. So hunda ki hai, ये basically
ਪਲਾਂਟ ਦੇ ਨਾਲ ਹੀ ਅਟੈਚ ਰਹਿੰਦੇ ਨੇ, ਉੱਥੇ ਹੀ ਜਰਮੀਨੇਟ ਕਰ ਜਾਂਦੇ ਨੇ। ਮੇਨਲੀ ਨਾ ਇਹ ਫਲਾਰਿੰਗ ਐਕਸਿਸ, ਜਿੱਥੇ ਫਲਾਰ ਉਗਦੇ ਨੇ ਨਾ ਉੱਥੇ ਬਲਬਿਲਸ ਉਗਦੇ ਨੇ, ਸੋ ਉੱਥੇ ਅਟੈਚ ਹੋਏ ਹੋਏ ਜਰਮੀਨੇਟ ਕਰਦੇ ਨੇ ਤੇ ਇਹ ਕੰਪਲੀਟ ਪਲਾਂਟ ਬਣਾਉਣ ਦੇ ਵਿੱਚ ਹੈਲਪ ਕਰਦੇ ਨੇ। ਸੋ ਇਦਾਂ ਦੇ ਸਾਡੇ ਕੋਲ ਇੱਕ ਹੋਰ ਸਟਰਕਚਰ ਹੁੰਦੇ ਨੇ ਸਟੂਡੈਂਟ, ਟੂਰੀਓਨਸ। ਇਹ ਵੀ ਸਵੋਲਨ ਬਰਡਸ ਨੇ। ਸਵੋਲਨ ਜਾਂ ਫਲੈਸ਼ੀ ਵਰਡ ਜਿੱਥੇ ਆ ਗਿਆ ਮੀਨਸ ਦੇ ਸਟੋਰ ਫੂਡ। ਇਹ ਵੀ ਬਰਡਸ ਜਿਹੜੇ ਨੇ ਇਹ ਕੰਪਲੀਟ ਪਲਾਂਟ ਬਣਾਉਣ 'ਚ ਹੈਲਪ ਕਰਦੇ ਨੇ। ਇਹ ਪੇਰੈਂਟ ਪਲਾਂਟ ਤੋਂ ਡੀ ਅਟੈਚ ਕਰਦੇ ਨੇ, ਟੁੱਟਦੇ ਨੇ ਤੇ ਨਿਊ ਪਲਾਂਟ ਬਣਾਉਂਦੇ ਨੇ। ਸੋ these all are natural methods of vegetative propagation, means naturally ਕਿਵੇਂ vegetative propagation ਹੁੰਦੀ ਹੈ। ਸੋ ਨੈਕਸਟ ਟੌਪਿਕ ਜਿਹੜਾ ਅਸੀਂ ਡਿਸਕਸ ਕਰਨਾ ਹੈ that is artificial methods of vegetative propagation।